ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵੈਲਕਮ ਬੈਕ। ਦੇਖ ਰਹੇ ਹੋ ਅਕਾਲ ਚੈਨਲ। ਸੇਵਾ ਵਿੱਚ ਹਾਜ਼ਰ ਹਾਂ ਨਿਰਮਲਜੀਤ ਸਿੰਘ ਤੇ ਸਿੱਖ ਖਬਰਨਾਮਾ ਤੁਸੀਂ ਪ੍ਰੋਗਰਾਮ ਦੇਖ ਰਹੇ ਹੋ ਜੀ। ਅਗਲੀ ਖਬਰ ਵੱਲ ਚੱਲਦੇ ਹਾਂ, ਜਿਹਨੇ ਪਿਛਲੇ ਹਫਤੇ ਤੋਂ ਪੰਜਾਬ ਦੀ ਧਰਮ ਤੇ ਸਿਆਸਤ ਦੇ ਵਿੱਚ ਬੜਾ ਵੱਡਾ ਭੂਚਾਲ ਲਿਆਂਦਾ ਹੋਇਆ। ਜੂਨ 1984 ਨੂੰ ਸਮਰਪਿਤ ਜਿਹੜੇ ਸਮਾਗਮ ਸ੍ਰੀ ਅਕਾਲ ਤਖਤ ਸਾਹਿਬ ਤੇ ਕੀਤੇ ਜਾਂਦੇ ਨੇ, ਉਹ ਇਸ ਵਾਰ ਵੀ ਹੋਏ, ਪਰ ਕਿਉਂਕਿ ਲਾਕਡਾਊਨ ਹੈ, ਗੁਰਦੁਆਰਾ ਸਾਹਿਬ ਬੰਦ ਨੇ, ਉਹਦੇ ਬਾਵਜੂਦ ਵੀ ਸ਼੍ਰੋਮਣੀ ਕਮੇਟੀ ਤੇ ਕੁਝ ਚੁਣਿੰਦਾ ਜਿਹੜੇ ਲੋਕ ਨੇ ਉਹ ਸ਼ਾਮਿਲ ਹੋਏ। ਇਸ ਵਿੱਚ ਇੱਕ ਗੱਲ ਹੋਈ ਕਿ ਜਿਹੜੀ ਜਥੇਦਾਰਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਇਆ ਇਹ ਗੱਲ ਕਹੀ ਕਿ ਅੰਨਾ ਕੀ ਭਾਲੇ ਦੋ ਅੱਖੀਆਂ, ਜੇਕਰ ਸਾਨੂੰ ਖਾਲਿਸਤਾਨ ਦਿੱਤਾ ਜਾਂਦਾ ਤਾਂ ਅਸੀਂ ਖਿੜੇ ਮੱਥੇ ਲੈ ਲਵਾਂਗੇ। ਹਰ ਸਿੱਖ ਖਾਲਿਸਤਾਨ ਚਾਹੁੰਦਾ ਹੈ। ਜੋ ਸਰਕਾਰ ਖਾਲਿਸਤਾਨ ਬਣਾਉਣ ਦੀ ਪੇਸ਼ਕਸ਼ ਕਰੇਗੀ, ਜੇ ਸਰਕਾਰ ਖਾਲਿਸਤਾਨ ਬਣਾਉਣ ਦੀ ਪੇਸ਼ਕਸ਼ ਕਰੇਗੀ ਤਾਂ ਅਸੀਂ ਉਹਨੂੰ ਖਿੜੇ ਮੱਥੇ ਪ੍ਰਵਾਨ ਕਰਾਂਗੇ। ਇਸ ਗੱਲ ਦੇ ਨਾਲ ਨਾਲ ਲੌਂਗੋਵਾਲ ਨੇ ਵੀ ਖਾਲਿਸਤਾਨ ਦੀ ਮੰਗ ਦੀ ਜਿਹੜੀ ਹਮਾਇਤ ਕੀਤੀ। ਉਹ ਉੱਥੇ ਫਿਰ ਇਹ ਜਿਹੜਾ ਸਾਰੇ ਪਾਸੇ ਜਿਹੜਾ ਇਸ ਗੱਲ ਦਾ ਰੌਲਾ ਪੈ ਗਿਆ। ਉਸ ਦਿਨ ਇੱਕ ਚੀਜ਼ ਦੇਖਣ ਨੂੰ ਮਿਲੀ ਕਿ ਜਿਹੜੀਆਂ ਸਿੱਖ ਜਥੇਬੰਦੀਆਂ ਘੱਲੂਘਾਰਾ ਮਨਾਉਣ ਲਈ ਦਰਬਾਰ ਸਾਹਿਬ ਅਕਾਲ ਤਖਤ ਸਾਹਿਬ ਤੇ ਜਾਣਾ ਚਾਹੁੰਦੀਆਂ ਸਨ, ਉਹਨਾਂ ਨੂੰ ਰੋਕ ਦਿੱਤਾ ਗਿਆ। ਉਹਨਾਂ ਨਾਲ ਧੱਕੇ ਮੁੱਕੀ ਵੀ ਹੋਈ ਤੇ ਉਹਨਾਂ ਨੇ ਖਾਲਿਸਤਾਨ ਦੇ ਨਾਅਰੇ ਲਾਏ। ਹੁਣ ਜਦੋਂ ਜਥੇਦਾਰ ਨੇ ਇਹ ਨਾਅਰਾ ਲਾ ਦਿੱਤਾ, ਇਸ ਤੋਂ ਬਾਅਦ ਪੰਜਾਬ ਦੀ ਸਿਆਸਤ ਜਿਹੜੀ ਸੀ ਉਹ ਗਰਮਾਉਣੀ ਸ਼ੁਰੂ ਹੋ ਗਈ। ਜਥੇਦਾਰ ਹੋਰਾਂ ਨੇ ਜਿਹੜੀ ਗੱਲ ਕਹੀ ਹੈ, ਕਿਉਂਕਿ ਇਹ ਗੱਲ ਕਹੀ ਜਾਂਦੀ ਹੈ ਕਿ ਜਿਹੜੀ ਜਥੇਦਾਰ ਅਕਾਲ ਤਖਤ ਸਾਹਿਬ ਦੀ ਨਿਯੁਕਤੀ ਹੈ ਸ਼੍ਰੋਮਣੀ ਕਮੇਟੀ ਜਾਂ ਬਾਦਲ ਪਰਿਵਾਰ ਦੇ ਰਾਹੀਂ ਹੁੰਦੀ ਹੈ, ਤੇ ਬਾਦਲ ਪਰਿਵਾਰ ਸੱਤਾ ਵਿੱਚ ਨਾ ਹੋਣ ਕਰਕੇ ਇਹੋ ਜਿਹੇ ਜਿਹੜੇ ਬਿਆਨ ਆਪਣੀ ਰਾਜਨੀਤੀ ਚਮਕਾਉਣ ਵਾਸਤੇ ਜਥੇਦਾਰਾਂ ਕੋਲੋਂ ਦਵਾਉਂਦੇ ਨੇ। ਜੋ ਵੀ ਹੋਵੇ, ਜਿਹੜੀ ਸਿੱਖ ਹੋਮਲੈਂਡ ਦੀ, ਖਾਲਸਾ ਰਾਜ ਦੀ ਜਾਂ ਖਾਲਿਸਤਾਨ ਦੀ ਗੱਲ ਹੈ, ਉਹ ਹੈ ਤਾਂ ਜਾਇਜ਼ ਹੀ। ਜੇ ਭਾਰਤ ਦੇ ਵਿੱਚ ਹਿੰਦੂ ਰਾਸ਼ਟਰ ਬਣਦਾ ਹੈ, ਇੱਕ ਪਾਸੇ ਭਾਰਤ ਤੋਂ ਵੱਖਰਾ ਹੋ ਕੇ ਪਾਕਿਸਤਾਨ ਬਣ ਗਿਆ, ਤਾਂ ਫਿਰ ਸਿੱਖ ਰਾਜ ਦੀ ਗੱਲ ਅੱਜ ਤੋਂ ਨਹੀਂ, ਬੜੇ ਲੰਮੇ ਸਮੇਂ ਤੋਂ ਚੱਲ ਰਹੀ ਸੀ। ਇਸ ਨੂੰ ਹਊਆ ਨਹੀਂ ਬਣਾਉਣਾ ਚਾਹੀਦਾ। ਦੂਜੇ ਪਾਸੇ ਅਗਲੇ ਦਿਨ ਜਿਹੜਾ ਸੀ ਉਹ ਲਗਾਤਾਰ ਬਿਆਨ ਆਏ ਸਿਆਸੀ ਲੀਡਰਾਂ ਦੇ ਕਿ ਬਾਦਲ ਦਾ ਬਿਲਕੁਲ ਚੁੱਪ ਹੈ, ਨਾ ਸੁਖਬੀਰ ਬਾਦਲ ਹੋਰੀ ਬੋਲੇ ਨੇ, ਨਾ ਕੋਈ ਹੋਰ ਬੋਲਿਆ। ਉੱਥੇ ਜਿਹੜੀਆਂ ਦੂਸਰੀਆਂ ਵਿਰੋਧੀ ਧਿਰਾਂ ਨੇ ਜਾਂ ਬਾਦਲ ਦਲ ਤੋਂ ਵੱਖਰੇ ਧਿਰਾਂ ਨੇ, ਉਹਨਾਂ ਨੇ ਬੋਲਿਆ। ਉੱਥੇ ਸੁਨੀਲ ਜਾਖੜ ਨੇ ਇਹ ਗੱਲ ਕਹੀ ਕਿ ਪ੍ਰਧਾਨ ਮੰਤਰੀ ਰਾਸ਼ਟਰਵਾਦ ਦੇ ਮੁੱਦੇ ਤੇ ਅਕਾਲੀ ਦਲ ਨਾਲ ਆਪਣੀ ਸਾਂਝ ਸਪਸ਼ਟ ਕਰਨ। ਉੱਥੇ ਸੁਖਦੇਵ ਢੀਂਡਸੇ ਨੇ ਇਹ ਗੱਲ ਕਹੀ ਹੈ ਕਿ ਪੰਜਾਬੀ ਬੋਲਦੇ ਇਲਾਕਿਆਂ ਦੇ ਰਾਜਾਂ ਦੇ ਹੱਕਾਂ ਦੇ ਵਾਜਰੇ ਡਾਕੇ ਦਾ ਮੁੱਦਾ ਵੱਧ ਜ਼ਰੂਰੀ ਹੈ। ਉੱਥੇ ਦਾਦੂਵਾਲ ਨੇ ਇਹ ਗੱਲ ਕਹੀ ਕਿ ਬਾਦਲਾਂ ਨੇ ਬੀਜੇਪੀ ਨੂੰ ਡਰਾਉਣ ਲਈ ਇੱਕ ਵਾਰ ਫਿਰ ਕੀਤੀ ਜਥੇਦਾਰ ਅਕਾਲ ਤਖਤ ਤਖਤਾਂ ਦੇ ਅਹੁਦੇ ਦੀ ਦੁਰਵਰਤੋਂ। ਸੇਖਵਾਂ ਨੇ ਇਹ ਗੱਲ ਕਹੀ ਕਿ ਜਥੇਦਾਰ ਨੇ ਆਪਣੀ ਜ਼ਮੀਰ ਦੀ ਗੱਲ ਕੀਤੀ ਹੈ ਜਾਂ ਕਿਸੇ ਹੋਰ ਨੇ ਉਹਨਾਂ ਦੇ ਮੂੰਹ ਚੋਂ ਕਢਾਈ ਹੈ। ਉੱਥੇ ਭਾਈ ਬਠਿੰਡਾ ਹੋਰੀ ਜਿਹੜੇ ਦਲ ਖਾਲਸਾ ਦੇ ਨਾਲ ਜੁੜੇ ਹੋਏ ਨੇ, ਉਹਨਾਂ ਨੇ ਇਹ ਗੱਲ ਕਹੀ ਕਿ ਇਹਦੇ ਨਾਲ ਖਾਲਿਸਤਾਨ ਦੀ ਲਹਿਰ ਨੂੰ ਹੋਰ ਜਿਹੜੀ ਹੈ ਜ਼ਿਆਦਾ ਭਰੋਸਾ ਮਿਲੇਗਾ, ਬਲ ਮਿਲੇਗਾ। ਜਿਹੜੀ ਗੱਲ ਦੇਖਣ ਵਿੱਚ ਸਾਹਮਣੇ ਆਈ, ਉਹ ਆਮ ਆਦਮੀ ਪਾਰਟੀ ਦੇ ਅਹੁਦੇਦਾਰਾਂ ਨੇ ਇਸ ਗੱਲ ਦੀ ਬੜੀ ਵੱਡੀ ਮੁਖਾਲਫਤ ਕੀਤੀ। ਉੱਥੇ ਹੋਰ ਕਾਂਗਰਸ, ਬੀਜੇਪੀ ਤੇ ਬਹੁਤ ਸਾਰੇ ਲੀਡਰ ਇਹਦੇ ਬਾਰੇ ਬੋਲੇ। ਮੈਂ ਸਾਰਿਆਂ ਦੇ ਸੁਣਦਾ ਰਿਹਾ, ਵੱਖਰੇ ਵੱਖਰੇ ਜਿਹੜੇ ਆਏ, ਪਰ ਇੱਕ ਚੀਜ਼ ਜਿਹਦੇ ਬਾਰੇ ਮੈਂ ਸਵਾਲ ਕੀਤਾ ਸੀ ਕਿ ਜਦੋਂ ਇਹ ਖਾਲਿਸਤਾਨ ਦੀ ਗੱਲ ਚੱਲਦੀ ਹੈ, ਉਦੋਂ ਤਾਂ ਅੱਤਵਾਦੀ, ਵੱਖਵਾਦੀ ਸਿੱਖਾਂ ਨੂੰ ਕਿਹਾ ਜਾਂਦਾ, ਜਾਂ ਲਗਭਗ ਹਰ ਰਾਜਨੀਤਿਕ ਪਾਰਟੀ ਦਾ ਨੁਮਾਇੰਦਾ ਇਹਦੀ ਵਿਰੋਧਤਾ ਕਰਦਾ। ਪਰ ਕੀ ਜਦੋਂ ਸੋਸ਼ਲ ਮੀਡੀਆ ਦੇ ਉੱਪਰ ਜਾਂ ਨਿਊਜ਼ ਦੇ ਵਿੱਚ ਜਾਂ ਭਾਰਤ ਦੀ ਪਾਰਲੀਮੈਂਟ ਦੇ ਵਿੱਚ ਜਾਂ ਕਿਤੇ ਵੀ ਹਿੰਦੂ ਰਾਸ਼ਟਰ ਦੀ ਗੱਲ ਚੱਲਦੀ ਹੈ, ਉਦੋਂ ਇਹ ਰਾਜਨੀਤਿਕ ਪਾਰਟੀਆਂ ਉਹਦਾ ਵਿਰੋਧ ਕਿਉਂ ਨਹੀਂ ਕਰਦੀਆਂ? ਉਦੋਂ ਕਿਉਂ ਨਹੀਂ ਕਹਿੰਦੀਆਂ ਕਿ ਇਹ ਅੱਤਵਾਦੀ ਸੋਚ ਹੈ, ਇਹ ਵੱਖਵਾਦੀ ਸੋਚ ਹੈ? ਬੀਜੇਪੀ ਨੇ, ਕਾਂਗਰਸ ਨੇ ਇਹ ਗੱਲ ਕਹਿ ਦਿੱਤੀ ਕਿ ਇਹ ਹਿੰਦੂ ਸਿੱਖ ਨੂੰ ਤੋੜਨ ਵਾਲੀ ਗੱਲ ਹੈ। ਪਰ ਜਦੋਂ ਹਿੰਦੂ ਰਾਸ਼ਟਰ ਦੀ ਗੱਲ ਹੁੰਦੀ ਹੈ ਕਿ ਉਹ ਭਾਰਤ ਦੀਆਂ ਧਰਮ ਦੇ ਨਾਂ ਤੇ ਵੰਡੀਆਂ ਪਾਉਣ ਵਾਲੀ ਗੱਲ ਨਹੀਂ ਹੁੰਦੀ, ਉਹਦੇ ਵਾਰੀ ਕਾਂਗਰਸ, ਬੀਜੇਪੀ ਕਿਉਂ ਨਹੀਂ ਬੋਲਦੀ ਜਾਂ ਅਕਾਲੀ ਦਲ ਕਿਉਂ ਨਹੀਂ ਬੋਲਦਾ? ਸਾਰੇ ਕੁਝ ਚੁੱਪ ਕਰ ਜਾਂਦੇ ਨੇ। ਆਮ ਆਦਮੀ ਪਾਰਟੀ ਵੀ ਹਿੰਦੂਤਵੀ ਮੁੱਦੇ ਦੇ ਉੱਪਰ ਜਿਹੜੀ ਹੈ ਉਹ ਗੱਲ ਜਿਹੜੀ ਹੈ ਨਹੀਂ ਕਰਦੀ। ਬਲਜਿੰਦਰ ਕੌਰ ਜਿਹੜੀ ਕਿ ਆਮ ਆਦਮੀ ਪਾਰਟੀ ਦੀ ਵਿਧਾਇਕ ਹੈ, ਬਠਿੰਡੇ ਤੋਂ MLA ਹੈ, ਉਹ ਜਦੋਂ ਉਹਨਾਂ ਨੇ ਚੋਣਾਂ ਲੜਨੀਆਂ ਸਨ ਉਦੋਂ ਕਹਿੰਦੇ ਸਨ ਮੈਂ ਸਿੱਖ ਸ਼ਹੀਦ ਪਰਿਵਾਰ ਤੋਂ ਹਾਂ, ਬੜੇ ਮਾਣ ਨਾਲ। ਤੇ ਹੁਣ ਉਹ ਕਹਿੰਦੇ ਨੇ ਕਿ ਮੇਰਾ ਕੀ ਕਸੂਰ ਹੈ, ਮੈਂ ਸ਼ਹੀਦ ਪਰਿਵਾਰ ਤੋਂ ਹਾਂ, ਮੇਰਾ ਨਹੀਂ ਕਸੂਰ, ਹੋਣਗੇ ਜਿਹੜੇ ਸ਼ਹੀਦ ਹੋਣਗੇ, ਪਰ ਮੈਂ ਜਥੇਦਾਰ ਦੇ ਬਿਆਨ ਦੀ ਜਿਹੜੀਆਂ ਉਹ ਨਿਖੇਧੀ ਕਰਦੀਆਂ। ਉੱਥੇ ਇਹ ਗੱਲ ਲਗਾਤਾਰ ਆ ਰਹੀ ਹੈ ਕਿ ਹੋ ਸਕਦਾ ਪੰਜਾਬ ਦੇ ਵਿੱਚ ਬੀਜੇਪੀ ਤੇ ਅਕਾਲੀਆਂ ਦੇ ਵਿੱਚ ਜਿਹੜਾ ਹੈ ਉਹ ਦਫੇੜ ਪੈ ਜਾਏ। ਇਸ ਗੱਲ ਨੂੰ ਇੰਜ ਸਮਝ ਲੈਣਾ ਚਾਹੀਦਾ, ਜਥੇਦਾਰ ਤੇ
ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਤੇ ਜਾਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਆਪ ਨਹੀਂ ਬੋਲਦੇ। ਜੇ ਇਹ ਮੁੱਦਾ ਹੁੰਦਾ ਤਾਂ ਬੀਜੇਪੀ ਜਦੋਂ ਅਕਾਲੀਆਂ ਦੀ ਸਰਕਾਰ ਸੀ ਉਦੋਂ ਚੁੱਕਣਾ ਚਾਹੀਦਾ ਸੀ, ਉਦੋਂ ਨਹੀਂ ਚੁੱਕਿਆ। ਬਿਨਾਂ ਸ਼ੱਕ ਇਹਦੇ ਵਿੱਚ ਕੋਈ ਦੂਜੀ ਰਾਹ ਨਹੀਂ ਕਿ ਬਾਦਲ ਜਿਹੜਾ ਹੈ, ਬਾਦਲ ਦਲ ਹੈ ਜਿਹੜਾ, ਅਕਾਲੀ ਦਲ ਬਾਦਲ ਹੈ, ਉਹ ਇਹੋ ਜਿਹੇ ਮੁੱਦਿਆਂ ਨੂੰ ਛੇੜ ਕੇ ਕੈਸ਼ ਕਰਨਾ ਚਾਹੁੰਦਾ ਆਪਣੀ ਨਿੱਜੀ ਹਿੱਤ ਵਾਸਤੇ, ਨਾ ਕਿ ਸਿੱਖ ਕੌਮ ਵਾਸਤੇ। ਇਸ ਬਿਆਨ ਦੀ ਬੜੀ ਪ੍ਰੋੜਤਾ ਵੀ ਵਾਕਈ ਹੀ ਜੇ ਕਿਸੇ ਕੌਮ ਨੂੰ ਉਹਦਾ ਘਰ ਮਿਲਦਾ ਹੋਵੇ, ਉਹਦਾ ਦੇਸ਼ ਮਿਲਦਾ ਹੋਵੇ, ਇਹਦੇ ਕੋਈ ਅਰਥ ਨਹੀਂ। ਪਰ ਮੰਗਣ ਵਾਲਿਆਂ ਦੇ ਪਿੱਛੇ ਜਿਹੜੀਆਂ ਰਾਜਨੀਤਿਕ ਧਿਰਾਂ ਬੈਠੀਆਂ ਹੋਈਆਂ ਨੇ, ਉਹ ਤੇ ਪੰਜਾਬ ਦੇ ਵਿੱਚ 15-20 ਸਾਲ ਸਿੱਖਾਂ ਦੇ ਉੱਪਰ ਜ਼ੁਲਮ ਕਰਦੀਆਂ ਰਹੀਆਂ ਨੇ। ਸਿੱਖ ਰਾਜ ਦੀ ਜਾਂ ਸਿੱਖ ਕੌਮ ਦੀ ਗੱਲ ਕਰਨ ਵਾਲਿਆਂ ਨੂੰ ਲਗਾਤਾਰ ਜਿਹੜਾ ਹੈ ਉਹ ਤਸ਼ੱਦਦ ਦਾ ਸਾਹਮਣਾ ਕਰਨਾ ਪਿਆ ਪੰਜਾਬ ਦੇ ਵਿੱਚ, ਤੇ ਉਹੋ ਹੀ ਧਿਰ ਜਥੇਦਾਰਾਂ ਦੇ ਕੋਲੋਂ ਇਹ ਬਿਆਨ ਦਵਾ ਰਹੀ ਹੈ। ਇਹਦੇ ਬਾਰੇ ਜਿਹੜੀ ਹੈ ਕੌਮ ਨੂੰ ਵਿਚਾਰ ਕਰਨੀ ਜ਼ਰੂਰੀ ਹੈ। ਕਿਤੇ ਐਸਾ ਨਾ ਹੋਵੇ ਕਿ ਰਾਜਨੀਤਿਕ ਪੱਤਾ ਖੇਡ ਕੇ ਬੀਜੇਪੀ ਨੂੰ ਥੋੜਾ ਡਰਾ ਧਮਕਾ ਕੇ ਫਿਰ ਸੱਤਾ ਹਾਸਲ ਕਰਨ ਦਾ ਜਿਹੜਾ ਹੈ ਤੁਰਿਆ ਹੋਵੇ। ਬਿਨਾਂ ਸ਼ੱਕ ਜਿਹੜਾ ਖਾਲਿਸਤਾਨ ਦਾ ਮੁੱਦਾ ਹੈ ਉਹ ਸਿੱਖਾਂ ਦੇ ਵਿੱਚ ਚੱਲਦਾ ਹੁੰਦਾ ਤੇ ਤੁਰਿਆ ਹੁੰਦਾ, ਉਹ ਇੱਕ ਵੱਖਰੀ ਗੱਲ ਹੈ। ਪਰ ਜਿਹੜੀਆਂ ਧਿਰਾਂ ਇੰਨੇ ਚਿਰਾਂ ਤੋਂ ਉਸ ਮੁੱਦੇ ਨੂੰ ਲੈ ਕੇ ਤੁਰਦੀਆਂ ਰਹੀਆਂ, ਬਾਦਲ ਸਰਕਾਰ ਵੇਲੇ ਉਹਨਾਂ ਦੀ ਕੁੱਟਮਾਰ, ਗੋਲੀਆਂ ਤੇ ਜੇਲ੍ਹਾਂ ਤੱਕ ਉਹਨਾਂ ਨੂੰ ਦਿੱਤੀਆਂ ਜਾਂਦੀਆਂ ਰਹੀਆਂ, ਜਿਹੜੀਆਂ ਆਪਣੇ ਆਪ 'ਚ ਇੱਕ ਸ਼ਰਮਨਾਕ ਕਾਰਾ ਸੀ। ਸੋ ਇਹ ਜਿਹੜੀਆਂ ਜਥੇਦਾਰ ਨਾਲ ਜੁੜੀਆਂ ਹੋਈਆਂ ਗੱਲਾਂ ਨੇ, ਇਹ ਚੱਲਦੀਆਂ ਰਹਿਣਗੀਆਂ। ਹੋ ਸਕਦਾ ਥੋੜਾ ਹੋਰ ਮੁੱਦਾ ਪੱਕੇ ਜਾਂ ਇਸ ਨੂੰ ਇੱਥੇ ਹੀ ਛੱਡ ਦਿੱਤਾ ਜਾਵੇ। ਬੀਜੇਪੀ ਦੇ ਮੂੰਹ ਵਿੱਚ ਸੱਪ ਦੇ ਮੂੰਹ 'ਚ ਕੋੜ ਕਿਰਲੀ ਵਾਲੀ ਗੱਲ ਹੈ ਕਿ ਪੰਜਾਬ ਦੇ ਵਿੱਚ ਉਹ ਅਕਾਲੀਆਂ ਤੋਂ ਬਿਨਾਂ ਸਰਵਾਈਵ ਨਹੀਂ ਕਰ ਸਕਦੀ, ਪਰ ਇਹੋ ਜਿਹੇ ਬਿਆਨ ਬੀਜੇਪੀ ਦੇ ਵਾਸਤੇ ਪੰਜਾਬ ਵਿੱਚ ਜਿਹੜਾ ਹੈ ਉਹ ਮੁਸ਼ਕਲ ਖੜੀ ਕਰ ਸਕਦੇ ਨੇ। ਜੀ ਮੇਰੇ ਕੋਲ ਅਗਲੀ ਖਬਰ ਹੈ ਜੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹੋਰਾਂ ਨੇ ਖਾਲਿਸਤਾਨ ਦੀ ਮੰਗ ਤੇ ਕਰ ਦਿੱਤੀ, ਇਹ ਗੱਲ ਕਹਿ ਦਿੱਤੀ ਕਿ ਸਿੱਖਾਂ ਨੂੰ ਚਾਹੀਦਾ। ਪਰ ਉੱਥੇ ਦੂਜੇ ਪਾਸੇ ਕਿਉਂਕਿ ਕੇਂਦਰ ਸਰਕਾਰ ਨੇ ਫੈਸਲਾ ਲਿਆ ਸੀ ਕਿ ਧਾਰਮਿਕ ਸਥਾਨ ਖੁੱਲਣਗੇ, ਜਿਵੇਂ ਖੁੱਲ ਚੁੱਕਿਆ ਬੀਤੇ ਕੱਲ ਤੋਂ, ਉੱਥੇ ਕੜਾਹ ਪ੍ਰਸ਼ਾਦ ਦੀ ਦੇਗ ਆਦਿ ਪ੍ਰਸ਼ਾਦ ਨਹੀਂ ਵਰਤਾਇਆ ਜਾਏਗਾ। ਇੱਕ ਪਾਸੇ ਤਾਂ ਉਹਨਾਂ ਨੇ ਖਾਲਿਸਤਾਨ ਦੀ ਗੱਲ ਕੀਤੀ, ਦੂਜੇ ਪਾਸੇ ਪ੍ਰਧਾਨ ਮੰਤਰੀ ਨੂੰ ਬੇਨਤੀ ਰੂਪੀ ਚਿੱਠੀ ਲਿਖ ਰਹੇ ਨੇ ਕਿ ਸਾਨੂੰ ਪ੍ਰਸ਼ਾਦ ਵਰਤਾਉਣ ਦੀ ਖੁੱਲ੍ਹ ਦੇ ਦਿਓ। ਅੱਜ ਪੰਜਾਬ ਸਰਕਾਰ ਨੇ ਖੁੱਲ੍ਹ ਦੇ ਦਿੱਤੀ, ਪਰ ਜਿਵੇਂ ਚਿੱਠੀ ਲਿਖੀ ਗਈ ਉਹਦੇ ਤੇ ਪੰਥ ਵਿੱਚ ਇੱਕ ਵਿਰੋਧ ਪੈਦਾ ਹੋਇਆ ਕਿ ਹੁਣ ਧਾਰਮਿਕ ਸਥਾਨਾਂ ਤੇ ਆਪਣੀਆਂ ਪਰੰਪਰਾਵਾਂ ਨੂੰ ਚਲਾਉਣ ਦੇ ਲਈ ਅਸੀਂ ਕੇਂਦਰ ਸਰਕਾਰ ਦੇ ਤਰਲੇ ਪਾਵਾਂਗੇ ਕਿ ਇਹੋ ਜਿਹੇ ਤਰਲੇ ਪਾ ਕੇ ਅਸੀਂ ਚੱਲ ਸਕਦੇ ਹਾਂ। ਉੱਥੇ ਬੀਬੀ ਕਿਰਨਜੋਤ ਕੌਰ ਹੋਰੀ, ਸਾਬਕਾ ਸਕੱਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਉਹਨਾਂ ਨੇ ਇਸ ਗੱਲ ਦਾ ਜਿਹੜਾ ਹੈ ਇਤਰਾਜ਼ ਕੀਤਾ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਵੱਲੋਂ ਗੁਰੂ ਧਾਮਾਂ ਤੇ ਪ੍ਰਸ਼ਾਦ ਤੇ ਲੰਗਰ ਵਰਤਾਉਣ ਦੀ ਆਗਿਆ ਪ੍ਰਧਾਨ ਮੰਤਰੀ ਮੋਦੀ ਤੋਂ ਮੰਗਣ ਤੇ ਤਿੱਖੀ ਆਲੋਚਨਾ ਕੀਤੀ, ਤੇ ਉਹਨਾਂ ਕਿਹਾ ਕਿ ਇਹ ਸਿੱਖ ਕੌਮ ਦੀ ਅਣਖ ਨੂੰ ਖਤਮ ਕੀਤਾ ਜਾ ਰਿਹਾ ਹੈ। ਸਿੱਖ ਕੌਮ ਦਾ ਇਤਿਹਾਸ ਕੁਰਬਾਨੀਆਂ ਭਰਿਆ ਤੇ ਸ਼੍ਰੋਮਣੀ ਕਮੇਟੀ ਬੜੇ ਸੰਘਰਸ਼ ਪਿੱਛੋਂ ਹੋਂਦ ਵਿੱਚ ਆਈ ਤੇ ਦੇਗ ਵਰਤਾਉਣ ਲਈ ਸਰਕਾਰੀ ਆਗਿਆ ਲਈ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖੀ ਜਾ ਰਹੀ ਹੈ। ਬੜੀ ਦੁੱਖ ਦੀ ਗੱਲ ਹੈ। ਇਹੋ ਜਿਹੇ ਸਿੱਖ ਧਰਮ ਦੇ ਵਿੱਚ ਜਾਂ ਸਾਡੇ ਵਿੱਚ ਸ਼ੁਰੂ ਤੋਂ ਇਹ ਇੰਟਰਸਟ ਹੈ, ਸ਼੍ਰੋਮਣੀ ਕਮੇਟੀ ਦਾ ਮੈਂਬਰ ਬਣਨਾ ਹੋਵੇ, ਸ਼੍ਰੋਮਣੀ ਕਮੇਟੀ ਦਾ ਇਜਲਾਸ ਹੋਵੇ, ਜਥੇਦਾਰ ਦੀ ਨਿਯੁਕਤੀ ਹੋਵੇ, ਉਹ ਅੰਮ੍ਰਿਤਸਰ ਦੇ ਡੀਸੀ ਦੀ ਪਰਮਿਸ਼ਨ ਤੋਂ ਬਿਨਾਂ ਹੋ ਨਹੀਂ ਸਕਦੀ। ਜਿਨੇ ਵੀ ਸ਼੍ਰੋਮਣੀ ਕਮੇਟੀ ਦਾ ਮੈਂਬਰ ਖਲੋਣਾ ਉਹਨੂੰ ਸਰਕਾਰੀ ਤਰੀਕਿਆਂ ਦੇ ਰਾਹੀਂ ਜਿਹੜਾ ਹੈ ਪ੍ਰਮਾਣਿਤ ਹੋ ਕੇ ਆਉਣਾ ਪੈਂਦਾ। ਇਸ ਤੋਂ ਵੱਡੀ ਗੁਲਾਮੀ ਕੀ ਹੋ ਸਕਦੀ ਹੈ। ਸੋ ਇੱਕ ਗੱਲ ਹੋਰ ਕਹਿ ਦਿਆ, ਅਸੀਂ ਸਿੱਖਾਂ ਨੇ ਆਪਣੇ ਮਸਲੇ ਹੀ ਭਾਰਤ ਦੀਆਂ ਅਦਾਲਤਾਂ ਵਿੱਚ ਖੜਨੇ ਸ਼ੁਰੂ ਕਰ ਦਿੱਤੇ। ਹਜ਼ਾਰਾਂ ਹੀ ਜਿਹੜੇ ਮਸਲੇ ਨੇ ਸ਼੍ਰੋਮਣੀ ਕਮੇਟੀ ਦੇ ਉਹ ਅਦਾਲਤਾਂ ਵਿੱਚ ਨੇ। ਗੁਰਦੁਆਰਿਆਂ ਦੇ ਕਮੇਟੀਆਂ ਦੇ ਕਬਜ਼ੇ ਜਿਹੜੇ ਮੁਕੱਦਮੇ ਨੇ ਉਹ ਅਦਾਲਤਾਂ ਦੇ ਵਿੱਚ ਨੇ। ਜਦੋਂ ਅਸੀਂ ਖੁਦ ਆਪਣੇ ਹੱਥ ਵੱਢ ਕੇ ਭਾਰਤੀ ਸੰਵਿਧਾਨ ਨੂੰ ਭਾਰਤੀ ਅਦਾਲਤਾਂ ਨੂੰ ਦੇ ਦਿਆਂਗੇ, ਫਿਰ ਆਜ਼ਾਦੀ ਦੀ, ਸਿੱਖਾਂ ਦੀ ਆਜ਼ਾਦ ਹੋਂਦ ਜਾਂ ਸਿੱਖਾਂ ਦੇ ਧਰਮ ਦੀ ਆਜ਼ਾਦੀ ਦੀ ਗੱਲ ਕਿੱਥੇ ਰਹਿ ਜਾਏਗੀ। ਇਸ ਕਰਕੇ ਕਿਰਨਜੋਤ ਕੌਰ ਹੋਰਾਂ ਦਾ ਕਹਿਣਾ ਬਿਲਕੁਲ ਠੀਕ ਹੈ। ਉੱਥੇ ਦਲ ਖਾਲਸਾ ਨੇ ਵੀ ਇਹ ਗੱਲ ਕਹੀ, ਸ਼੍ਰੋਮਣੀ ਕਮੇਟੀ ਮੋਦੀ ਸਰਕਾਰ ਦੀ ਨਾਦਰਸ਼ਾਹੀ ਫੈਸਲਾ ਰੱਦ ਕਰੇ। ਜਿਵੇਂ ਮੈਂ ਕਿਹਾ, ਮਸਲਾ ਹੱਲ ਹੋ ਚੁੱਕਿਆ, ਪਰ ਜਿਸ ਤਰੀਕੇ ਨਾਲ ਸ਼੍ਰੋਮਣੀ ਕਮੇਟੀ ਆਪਣੇ ਜਿਹੜੇ ਉਹਦੇ ਰਾਈਟ ਨੇ, ਆਪਣੇ ਹੱਕ ਨੇ, ਉਹਦੇ ਵਾਸਤੇ ਤਰਲੇ ਪਾਵੇ ਸਰਕਾਰਾਂ ਦੇ, ਇਹ ਆਪਣੇ ਆਪ 'ਚ ਇੱਕ ਜਿਹੜੀ ਬਦਕਿਸਮਤੀ ਵਾਲੀ ਗੱਲ ਹੈ। ਅਗਲੀ ਖਬਰ ਵੱਲ ਚੱਲਦੇ ਹਾਂ ਜੀ। ਅਮਰੀਕਾ ਦੇ ਵਿੱਚ ਇਨੀ ਦਿਨੀ ਬਹੁਤ ਪ੍ਰਦਰਸ਼ਨ ਚੱਲ ਰਿਹਾ ਕਿਉਂਕਿ ਅਮਰੀਕਾ ਦੇ ਵਿੱਚ ਇੱਕ ਅਫਰੀਕਨ ਮੂਲ ਨਿਵਾਸੀ ਜਾਰਜ ਫਲਾਇਡ, ਉਹਨੂੰ ਇੱਕ ਪੁਲਿਸ ਵਾਲੇ ਨੇ ਗੋਡਾ ਧਰ ਕੇ ਥੱਲੇ ਤੇ ਤਕਰੀਬਨ ਕਾਫੀ ਮਿੰਟ ਤੱਕ ਰੱਖਿਆ। ਉਹ ਇੱਕ ਵੀਡੀਓ ਵਾਇਰਲ ਹੋਇਆ ਜਿਹਦੇ ਵਿੱਚ ਉਹ ਕਹਿ ਰਿਹਾ ਮੈਨੂੰ ਸਾਹ ਨਹੀਂ ਆ ਰਿਹਾ, ਮੈਂ ਮਰ ਜਾਵਾਂਗਾ, ਪਰ ਉਹ ਪੁਲਿਸ ਵਾਲੇ ਨੇ ਪਰਵਾਹ ਨਹੀਂ ਕੀਤੀ। ਉਸ ਦੀ ਮੌਤ ਤੋਂ ਬਾਅਦ ਲਗਾਤਾਰ ਉੱਥੇ ਲੋਕਾਂ ਦਾ ਰੋਹ ਪ੍ਰਦਰਸ਼ਨ ਜਿਹੜਾ ਫੈਲਿਆ ਹੋਇਆ। 140 ਸ਼ਹਿਰਾਂ ਵਿੱਚ ਜਿਹੜਾ ਸੀ ਉਹ ਹਿੰਸਾ ਫੈਲ ਗਈ, ਜਿਹੜੀ ਅਜੇ ਵੀ ਲਗਾਤਾਰ ਹੋ ਰਹੀ ਹੈ। ਇਸ ਕਰਕੇ ਟਰੰਪ ਨੂੰ ਪਰਿਵਾਰ ਸਮੇਤ ਬੰਕਰ ਵਿੱਚ ਵੀ ਜਾਣਾ ਪਿਆ। ਬਹੁਤ ਜਗ੍ਹਾ ਤੇ ਹਿੰਸਾ ਵੀ ਹੋਈ, ਉੱਥੇ ਬਹੁਤ ਜਗ੍ਹਾ ਤੇ ਫੌਜ ਨੂੰ ਵੀ ਭੇਜਣ ਦੀ ਗੱਲ ਕੀਤੀ ਗਈ ਤੇ ਪੁਲਿਸ ਨੇ ਇਸ ਗੱਲ ਦੀ ਮਾਫੀ ਮੰਗੀ ਹੈ ਕਿ ਸਾਨੂੰ ਜਿਹੜਾ ਹੈ ਮਾਫ ਕੀਤਾ ਜਾਵੇ, ਜੋ ਸਾਡੇ ਬੰਦੇ ਕੋਲ ਹੋਇਆ
ਉਹਨਾਂ ਨੇ ਉਵੇਂ ਹੀ ਗੋਡਾ ਰੱਖ ਕੇ ਜਿਹੜਾ ਹੈ ਪੁਲਿਸ ਕੋਲੋਂ ਮਾਫੀ ਮੰਗੀ ਹੈ। ਇੱਕ ਗੱਲ ਤਾਂ ਹੈ, ਜਿਹੜਾ ਇਹ ਕੇਸ ਆਇਆ ਇਹ ਆਪਣੇ ਆਪ 'ਚ ਬੜਾ ਹੈਰਾਨੀਜਨਕ ਹੈ। ਜਿਹੜੀ ਆ ਜਦੋਂ ਅਸੀਂ ਗੱਲ ਕਰਦੇ ਆ ਅਮਰੀਕਾ ਦੀ, ਅਮਰੀਕਾ ਦੇ ਵਿੱਚ ਕਾਲੀ ਕਮਿਊਨਿਟੀ ਦੇ ਉੱਪਰ ਬਹੁਤ ਜ਼ਿਆਦਾ ਜ਼ੁਲਮ ਹੋਇਆ। ਜਿਹੜੇ ਪਿਛਲੇ 10 ਸਾਲਾਂ ਦੀ ਗੱਲ ਕਰੀਏ ਤਾਂ 10 ਸਾਲਾਂ ਵਿੱਚ ਜੇ ਪੁਲਿਸ ਵੱਲੋਂ ਮਾਰੇ ਜਾਣ ਵਾਲੇ ਗੋਰਿਆਂ ਦੀ ਗਿਣਤੀ 2.9 ਹੈ, ਉੱਥੇ ਕਾਲੀ ਕਮਿਊਨਿਟੀ ਦੇ ਵਿੱਚੋਂ, ਬਲੈਕ ਕਮਿਊਨਿਟੀ ਦੇ ਵਿੱਚੋਂ 7.1 ਲੋਕਾਂ ਨੂੰ ਮਾਰਿਆ ਗਿਆ। ਬਹੁਤ ਜ਼ਿਆਦਾ ਤਸ਼ੱਦਦ ਤੇ ਜ਼ੁਲਮ ਤੋਂ ਬਾਅਦ ਹੁਣ ਇਹ ਜਵਾਲਾਮੁਖੀ ਫੁੱਟਿਆ ਹੋਇਆ, ਜਿਸ ਨੂੰ ਸੰਭਾਲਣਾ ਸ਼ਾਇਦ ਬੜਾ ਮੁਸ਼ਕਿਲ ਹੋਇਆ ਹੋਇਆ। ਉੱਥੇ ਟਰੰਪ ਹੋਰਾਂ ਦੇ ਬਿਆਨ ਨੇ ਵੀ ਉੱਥੇ ਬਲਦੀ ਤੇ ਤੇਲ ਪਾਇਆ। ਉਹਨਾਂ ਨੇ ਕਿਹਾ ਵੀ ਜੇ ਦੰਗੇ ਕਰੋਗੇ ਤਾਂ ਗੋਲੀ ਚੱਲੇਗੀ। ਇਸ ਗੱਲ ਦਾ ਵੀ ਵਿਰੋਧ ਹੋਇਆ। ਟਰੰਪ ਇਹਨਾਂ ਹਾਲਾਤਾਂ ਨੂੰ ਚੰਗੀ ਤਰ੍ਹਾਂ ਸੰਭਾਲ ਨਹੀਂ ਸਕੇ, ਪਰ ਲੋਕਲ ਜਿਹੜੀ ਅਥਾਰਟੀ ਉਹਨੇ ਇਹ ਗੱਲ ਕਹੀ ਕਿ ਅਸੀਂ ਥਾਣਾ ਬੰਦ ਕਰ ਰਹੇ ਹਾਂ, ਅਸੀਂ ਨਵੇਂ ਤਰੀਕੇ ਦੇ ਨਾਲ ਜਿਹੜਾ ਹੈ ਪੁਲਿਸ ਨੂੰ ਕਰਾਂਗੇ। ਉਸ ਵੱਲ ਵੇਖ ਕੇ ਟਰੰਪ ਹੋਰਾਂ ਦਾ ਬਿਆਨ ਆਇਆ ਕਿ ਪੁਲਿਸ ਵਿਭਾਗ ਭੰਗ ਨਹੀਂ ਹੋਵੇਗਾ, ਭੰਗ ਨਾ ਹੀ ਫੰਡ ਰੋਕੇ ਜਾਣਗੇ, ਅਮਰੀਕੀ ਕਾਂਗਰਸ ਪੁਲਿਸ ਵਿਭਾਗਾਂ ਵਿੱਚ ਸੁਧਾਰ ਲਈ ਚੁੱਕੇਗੀ ਕਦਮ। ਮੈਂ ਪਿਛਲੇ ਹਫ਼ਤੇ ਜਦੋਂ ਤੋਂ ਇਹ ਘਟਨਾ ਹੋਈ ਹੈ, ਹਜ਼ਾਰਾਂ ਹੀ ਵੀਡੀਓਜ਼ ਦੇਖੇ ਨੇ ਜਿਹਦੇ ਵਿੱਚ ਪੁਲਿਸ ਬੜੀ ਬਰਬਰਤਾ ਦੇ ਨਾਲ, ਬੜੀ ਜ਼ਾਲਮਾਨਾ ਢੰਗ ਦੇ ਨਾਲ ਲੋਕਾਂ ਉੱਪਰ ਜ਼ੁਲਮ ਕਰਦੀ ਹੈ। ਔਰ ਉੱਥੇ ਜਿਹੜੀ ਬਲੈਕ ਕਮਿਊਨਿਟੀ ਦੇ ਹੱਕ ਵਿੱਚ ਸਿੱਖਾਂ ਦਾ ਵੀ ਖਲੋ ਜਾਣਾ, ਇਹ ਆਪਣੇ ਆਪ 'ਚ ਇੱਕ ਬੜੀ ਵਧੀਆ ਗੱਲ ਸੀ, ਜਿੱਥੇ ਪਤਾ ਲੱਗਦਾ ਕਿ ਘੱਟ ਗਿਣਤੀਆਂ ਨੂੰ ਸਿੱਖਾਂ ਤੋਂ ਵੱਧ ਕਿੰਨੇ ਹੰਢਾਇਆ ਹੋਵੇਗਾ। ਜੇ ਇਹ ਇੱਕ ਵੀਡੀਓ ਸਾਹਮਣੇ ਆਈ ਹੈ ਤੇ ਪੰਜਾਬ ਵਿੱਚ ਲਗਾਤਾਰ ਥਾਣਿਆਂ ਵਿੱਚ ਆਪਣੀਆਂ ਧੀਆਂ ਭੈਣਾਂ ਦੇ ਸਾਹਮਣੇ ਮਾਂ ਪਿਓ ਨੂੰ ਨੰਗੇ ਕਰਕੇ ਖਿਲਾਰ ਦੇਣਾ ਤੇ ਉਹਨਾਂ ਬੱਚੀਆਂ ਦਾ ਰੇਪ ਕਰਨਾ, ਅੱਖਾਂ ਵਿੱਚ ਗਰਮ ਸਰੀਏ ਕਰਕੇ ਖੋਭ ਦੇਣਾ, ਇੱਥੋਂ ਤੱਕ ਕਿ ਸਿਰ ਦੇ ਵਿੱਚ ਸਰੀਏ ਖੋਭ ਦੇਣਾ, ਕਰੰਟ ਲਾ ਲਾ ਕੇ ਮਾਰਨਾ, ਹੱਥ ਪੈਰੇ ਦੇ ਨਹੁੰ ਖਿੱਚ ਦੇਣੇ, ਇਹੋ ਜਿਹਾ ਜ਼ਾਲਮਾਨਾ ਪੰਜਾਬ ਪੁਲਿਸ ਦਾ ਜਿਹੜਾ ਰਵੱਈਆ ਸਿੱਖਾਂ ਪ੍ਰਤੀ ਰਿਹਾ, ਕਦੀ ਭੁੱਲ ਨਹੀਂ ਸਕਦਾ। ਪਰ ਜਿਸ ਤਰੀਕੇ ਦੇ ਨਾਲ ਬਲੈਕ ਕਮਿਊਨਿਟੀ ਨੇ ਏਕਤਾ ਦਿਖਾਈ ਤੇ ਚੰਗੇ ਸੁਭਾਅ ਵਾਲੇ ਲੋਕ ਉਹਨਾਂ ਨਾਲ ਹੋ ਜੁੜੇ, ਅਮਰੀਕਾ ਨੂੰ ਝੁਕਣ ਲਈ ਤੇ ਸੋਚਣ ਲਈ ਮਜਬੂਰ ਕਰ ਦਿੱਤਾ ਕਿ ਇਹੋ ਜਿਹੀਆਂ ਘਟਨਾਵਾਂ ਰੁਕਣਗੀਆਂ ਤੇ ਤਾਂ ਹੀ ਅਮਰੀਕਾ ਸਰਵਾਈਵ ਕਰ ਸਕਦਾ, ਨਹੀਂ ਤੇ ਆਉਣ ਵਾਲੇ ਸਮੇਂ 'ਚ ਅਮਰੀਕਾ ਦਾ ਬਹੁਤ ਵੱਡਾ ਨੁਕਸਾਨ ਵੀ ਹੋ ਸਕਦਾ। ਜੀ ਮੇਰੇ ਕੋਲ ਅਗਲੀ ਖਬਰ ਹੈ ਕਿ ਪੰਜਾਬ ਦੇ ਵਿੱਚ ਪੰਜਾਬ ਕਾਂਗਰਸ ਦੀ ਲੀਡਰਸ਼ਿਪ ਵਿੱਚ ਭਾਰੀ ਨਿਰਾਸ਼ਤਾ ਫੈਲੀ ਹੋਈ ਹੈ ਤੇ ਕਾਂਗਰਸ ਦੀਆਂ ਸਰਗਰਮੀਆਂ ਠੱਪ ਨੇ। ਕਈ ਮਹੀਨਿਆਂ ਤੋਂ ਸੂਬੇ ਤੇ ਜ਼ਿਲ੍ਹੇ ਦੇ ਜਿਹੜੇ ਵਰਕਰ ਨੇ ਉਹ ਭੰਗ ਕੀਤੇ ਹੋਏ ਨੇ। ਜਿਹੜੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀਆਂ ਨੀਤੀਆਂ ਨੇ ਨਾ, ਉਹਨਾਂ ਤੋਂ ਉਹਨਾਂ ਦੇ ਆਪਣੇ ਹੀ ਐਮਐਲਏ ਖੁਸ਼ ਨਹੀਂ। ਪਿਛਲੇ ਦਿਨੀ ਹਾਕੀ ਦੇ ਖਿਡਾਰੀ ਪ੍ਰਗਟ ਸਿੰਘ ਦਾ, ਨਵਜੋਤ ਸਿੰਘ ਸਿੱਧੂ ਦਾ ਘਰ ਬੈਠ ਜਾਣਾ ਤੇ ਹੋਰ ਬਹੁਤ ਸਾਰਿਆਂ ਦਾ ਖੁੱਲੇ ਤਰੀਕੇ ਦੇ ਨਾਲ ਜਿਹੜਾ ਹੈ ਕੈਪਟਨ ਦੇ ਵਿਰੋਧ ਵਿੱਚ ਖਲੋ ਜਾਣਾ, ਇਹ ਆਪਣੇ ਆਪ 'ਚ ਬੜੀ ਜਿਹੜੀ ਮਾੜੀ ਘਟਨਾ ਹੈ। ਕੈਪਟਨ ਜੇ ਨਹੀਂ ਸੁਧਰਦੇ ਤਾਂ ਆਉਣ ਵਾਲੀਆਂ ਇਲੈਕਸ਼ਨ ਤੱਕ ਹੀ ਕੈਪਟਨ ਦਾ ਮੁੱਖ ਮੰਤਰੀ ਆਪਣੀ ਪਾਰਟੀ ਵੱਲੋਂ ਬਣੇ ਰਹਿਣਾ ਮੁਸ਼ਕਲ ਹੋਵੇਗਾ। ਅੱਜ ਇੰਨੀਆਂ ਹੀ ਖਬਰਾਂ ਜੀ, ਅਗਲੇ ਹਫ਼ਤੇ ਕੁਝ ਹੋਰ ਖਬਰਾਂ ਲੈ ਕੇ ਹਾਜ਼ਰ ਹੋਵਾਂਗਾ। ਅਕਾਲ ਚੈਨਲ ਦੀ ਚੜ੍ਹਦੀ ਕਲਾ, ਤੰਦਰੁਸਤੀ ਦੀ ਅਰਦਾਸ, ਸਾਰੀ ਟੀਮ ਦੀ ਤੰਦਰੁਸਤੀ ਦੀ ਅਰਦਾਸ ਤੇ ਤੁਹਾਡੇ ਸਾਰਿਆਂ ਦੀ ਤੰਦਰੁਸਤੀ ਦੀ ਅਰਦਾਸ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਕਾਲ ਚੈਨਲ ਦੇਖ ਰਹੀਆਂ ਸਮੂਹ ਸੰਗਤਾਂ ਨੂੰ ਦਾਸ ਨਿਰਮਲਜੀਤ ਸਿੰਘ ਦੀ ਗੁਰੂ ਫਤਿਹ ਪ੍ਰਵਾਨ ਹੋਵੇ ਜੀ। ਆਪ ਜੀ ਦੀ ਸੇਵਾ ਵਿੱਚ ਸਿੱਖ ਖਬਰਨਾਮਾ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ। ਇਸ ਪ੍ਰੋਗਰਾਮ ਦੇ ਵਿੱਚ ਕੁਝ ਖਬਰਾਂ ਤੇ ਉਹਨਾਂ ਦੇ ਬਾਰੇ ਵਿੱਚ ਮੈਂ ਆਪਣੇ ਵਿਚਾਰ ਤੁਹਾਡੇ ਨਾਲ ਸਾਂਝੇ ਕਰਦਾ ਹੁੰਦਾ ਜੀ। ਸਭ ਤੋਂ ਪਹਿਲਾਂ ਆਪ ਸਭ ਜੀ ਦੀ ਤੰਦਰੁਸਤੀ, ਚੜ੍ਹਦੀ ਕਲਾ ਦੀ ਅਰਦਾਸ ਕਰਦਿਆਂ ਹੋਇਆਂ ਮਹਾਰਾਜ ਕਿਰਪਾ ਕਰਨ, ਤੁਸੀਂ ਸਾਰੇ ਸੁਖੀ ਵਸੋ, ਤੰਦਰੁਸਤ ਹੋਵੋ। ਔਰ ਸੰਸਾਰ ਭਰ ਦੇ ਵਾਸਤੇ ਇਹ ਅਰਦਾਸ ਬੇਨਤੀ ਹੈ, ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ, ਜਿਤ ਦੁਆਰਾ ਉਭਰੈ ਤਿੱਥੈ ਲਿਹੋ ਉਬਾਰ। ਸਭ ਤੋਂ ਪਹਿਲਾਂ ਖਬਰਾਂ ਦੇ ਵਿੱਚ ਕਰੋਨਾ ਦਾ ਅਪਡੇਟ ਤੁਹਾਨੂੰ ਦਿੰਦਾ ਚੱਲਾਂ। ਜੋ ਇਸ ਵੇਲੇ ਅਸੀਂ ਰਿਕਾਰਡ ਕਰ ਰਹੇ ਹਾਂ ਇਸ ਪ੍ਰੋਗਰਾਮ ਨੂੰ, ਉਸ ਵੇਲੇ ਦਾ ਜਿਹੜਾ ਅਪਡੇਟ ਹੈ ਸੰਸਾਰ ਭਰ ਦਾ, ਉਹ ਮੈਂ ਤੁਹਾਡੇ ਨਾਲ ਸਾਂਝਾ ਕਰਾਂਗਾ ਜੀ। ਸਭ ਤੋਂ ਵੱਧ ਕਰੋਨਾ ਦੇ ਕੇਸਿਸ ਜਿਹੜੇ ਨੇ ਉਹ ਅਮਰੀਕਾ ਦੇ ਵਿੱਚ ਨੇ। ਟੋਟਲ ਜਿਹੜੇ ਕੇਸਿਸ ਨੇ ਜੀ ਉਹ ਤਕਰੀਬਨ 73 ਲੱਖ ਤੇ 57,000, ਲਗਭਗ 74,000 ਨੂੰ ਇਹ ਕੇਸ ਇਸ ਵੇਲੇ ਪਹੁੰਚ ਚੁੱਕੇ ਨੇ। ਹੁਣ ਤੱਕ ਜਿਹੜੇ ਲੋਕ ਠੀਕ ਹੋਏ ਨੇ ਉਹ 36,000 ਨੇ। ਅਪਰੋਕਸੀਮੇਟਲੀ 50% ਲੋਕ ਜਿਹੜੇ ਨੇ ਬਿਲਕੁਲ ਤੰਦਰੁਸਤ ਹੋ ਕੇ ਆਪਣੇ ਘਰਾਂ ਨੂੰ ਪਰਤੇ ਨੇ। ਇੱਕ ਖੁਸ਼ੀ ਦੀ ਖਬਰ ਹੈ, ਪੋਜ਼ਿਟਿਵ ਖਬਰ ਹੈ। ਕਰੋਨਾ ਦੇ ਨਾਲ ਤਕਰੀਬਨ 4 ਲੱਖ ਤੇ 14,500 ਹੁਣ ਤੱਕ ਮੌਤਾਂ ਹੋਈਆਂ ਨੇ, ਜਿਹੜੇ ਵੇਲੇ ਮੈਂ ਤੁਹਾਨੂੰ ਅਪਡੇਟ ਦੇ ਰਿਹਾ। ਜੇ ਗੱਲ ਕਰੀਏ ਦੁਨੀਆ ਭਰ ਦੇ ਵਿੱਚ ਤਾਂ ਅਮਰੀਕਾ ਦੇ ਵਿੱਚ, ਇਕੱਲੇ ਅਮਰੀਕਾ ਦੇ ਵਿੱਚ ਤਕਰੀਬਨ 20 ਲੱਖ ਕੇਸ ਨੇ, ਜਿਹਦੇ ਵਿੱਚੋਂ 1,14,000 ਦੀ ਮੌਤ ਹੋ ਚੁੱਕੀ ਹੈ। ਲਗਭਗ 8 ਲੱਖ ਲੋਕ ਜਿਹੜੇ ਨੇ ਉਹ ਇਸ ਰੋਗ ਤੋਂ ਜਿਹੜੇ ਨੇ ਉਹ ਤੰਦਰੁਸਤ ਹੋਏ ਨੇ। ਬ੍ਰਾਜ਼ੀਲ ਵਿੱਚ ਅੱਜ ਕੱਲ੍ਹ ਬੜਾ ਕਹਿਰ ਚੱਲਿਆ ਹੋਇਆ। ਬ੍ਰਾਜ਼ੀਲ ਦੇ ਵਿੱਚ ਜਿਹੜਾ ਹੈ
ਉਹ ਇੱਕਦਮ ਹੀ ਬਹੁਤ ਸਾਰੇ ਕੇਸ ਵੱਧ ਗਏ ਤੇ ਉਹ ਥੱਲੇ ਤੋਂ ਉੱਪਰ ਦੂਜੇ ਨੰਬਰ ਤੇ ਆ ਗਿਆ, ਜਿਹਦੇ ਵਿੱਚ ਤਕਰੀਬਨ 7,42,000 ਕੇਸ ਨੇ, ਜਿੱਥੇ ਮੌਤਾਂ ਇੱਕਦਮ ਕਾਲੀ ਦੇ ਨਾਲ ਤਕਰੀਬਨ 38,500 ਨੂੰ ਪਹੁੰਚ ਗਈਆਂ। ਉੱਥੇ ਜਿਹੜੇ ਠੀਕ ਹੋਏ ਨੇ ਉਹਨਾਂ ਦੀ ਗਿਣਤੀ 3,25,000 ਦੱਸੀ ਹੈ। ਪਿਛਲੇ ਦਿਨੀ ਉਹਨਾਂ ਦੇ ਜਿਹੜੇ ਡਾਟਾਸ ਜਿਹੜੇ ਸੀ ਉਹਨਾਂ ਦੀ ਵੈਬਸਾਈਟ ਵੱਲੋਂ, ਸਰਕਾਰ ਦੀ ਵੱਲੋਂ ਦਿੱਤੇ ਸਨ, ਉਹਦੇ ਤੇ ਕੁਝ ਸ਼ੱਕ ਸੀ, ਉਹਨਾਂ ਨੇ ਹਟਾ ਲਿਆ। ਫਿਰ ਹੁਣ ਉੱਥੋਂ ਦੀ ਸੁਪਰੀਮ ਕੋਰਟ ਨੇ ਜਿਹੜੇ ਡਾਟਾਸ ਨੇ ਉਹ ਸਹੀ ਪਾਓ, ਉਹਦੀ ਅੱਗੇ ਗੱਲਬਾਤ ਚੱਲ ਰਹੀ ਹੈ। ਉਸ ਤੋਂ ਅੱਗੇ ਰਸ਼ੀਆ ਦੀ ਗੱਲ ਆਉਂਦੀ ਹੈ। ਰਸ਼ੀਆ ਬੜਾ ਬੇਪਰਵਾਹ ਰਿਹਾ ਸ਼ੁਰੂਆਤੀ ਦੌਰਾਂ ਦੇ ਵਿੱਚ, ਜਦੋਂ ਕਿ ਇੰਗਲੈਂਡ ਨੇ ਔਰ ਬਹੁਤ ਸਾਰੇ ਦੇਸ਼ਾਂ ਨੇ ਲਾਕਡਾਊਨ ਕਰ ਲਿਆ ਸੀ। ਰਸ਼ੀਆ ਉਦੋਂ ਬੇਪਰਵਾਹ ਬੈਠਾ ਹੋਇਆ ਸੀ, ਪਰ ਉਹ ਜਿਹੜਾ ਹੈ ਦੁਨੀਆ ਵਿੱਚ ਤੀਸਰੇ ਨੰਬਰ ਤੇ ਆ ਗਿਆ। ਤਕਰੀਬਨ 5 ਲੱਖ ਕੇਸ ਉੱਥੇ ਹੋ ਗਏ ਨੇ ਤੇ ਤਕਰੀਬਨ 6,500 ਮੌਤਾਂ ਉਹਦੀਆਂ ਰਿਕਾਰਡ ਜਿਹੜੀਆਂ ਦੱਸੀਆਂ ਜਾਂਦੀਆਂ। ਗੱਲ ਕਰੀਏ ਆਪਣੇ ਦੇਸ਼ ਯੂਕੇ ਦੀ, ਇੱਥੇ ਤਕਰੀਬਨ 2,90,000 ਕੇਸ ਹੋ ਗਏ ਨੇ। ਮੌਤਾਂ ਦੀ ਗਿਣਤੀ ਜਿਹੜੀ ਹੈ ਉਹ ਦੂਜੇ ਨੰਬਰ ਤੇ ਆਉਂਦੀ ਹੈ। ਦੂਜੇ ਨੰਬਰ ਤੇ ਮੌਤਾਂ ਦੀ ਗਿਣਤੀ ਲਾ ਲਈਏ ਕਿ 40,000 ਤੇ ਇਸ ਵੇਲੇ 843 ਜਿਹੜੀਆਂ ਮੌਤਾਂ ਇਸ ਵੇਲੇ ਤੱਕ ਮੇਰੇ ਕੋਲ ਰਿਕਾਰਡ ਜਿਹੜੀਆਂ ਨੇ ਪਈਆਂ ਹੋਈਆਂ। ਬੜੀ ਦੁੱਖ ਦੀ ਖਬਰ ਹੈ। ਉੱਥੇ ਜਦੋਂ ਅਸੀਂ ਗੱਲ ਕਰਦੇ ਹਾਂ ਕਿ ਹੁਣ ਲਾਕਡਾਊਨ ਵਿੱਚ ਲਗਾਤਾਰ ਢਿੱਲ ਦਿੱਤੀ ਜਾ ਰਹੀ ਹੈ, ਨਾਲ ਨਾਲ ਗਵਰਨਮੈਂਟ ਇਹ ਵੀ ਸਾਨੂੰ ਇਹ ਗੱਲ ਕਹਿ ਰਹੀ ਹੈ ਕਿ ਤੁਸੀਂ ਭਾਈ ਸੁਚੇਤ ਰਹੋ, ਜਦੋਂ ਵੀ ਬਾਹਰ ਜਾਣਾ, ਜ਼ਰੂਰੀ ਕੰਮ ਲਈ ਜਾਣਾ, ਇੱਕ ਦੂਜੇ ਤੋਂ ਡਿਸਟੈਂਸ ਬਣਾ ਕੇ ਰੱਖਣਾ। ਉਹਦੇ ਦਿਨਾਂ ਵਿੱਚ ਗੁਰਦੁਆਰਾ ਸਾਹਿਬਾਨ ਵੀ ਖੁੱਲ੍ਹ ਜਾਣੇ ਨੇ। ਅਸੀਂ ਜਿੱਥੇ ਆਪਣਾ ਖਿਆਲ ਰੱਖਣਾ, ਉੱਥੇ ਦੂਜਿਆਂ ਦਾ ਵੀ ਖਿਆਲ ਜਿਹੜਾ ਰੱਖਣਾ ਸਾਡੇ ਵਾਸਤੇ ਬਹੁਤ ਜ਼ਰੂਰੀ ਹੈ। ਇਹਨਾਂ ਦੇਸ਼ਾਂ ਤੋਂ ਬਾਅਦ ਜਦੋਂ ਮੈਂ ਗੱਲ ਕਰਦਾ ਇਹਦੇ ਰਿਕਾਰਡ ਦੇ ਵਿੱਚ, ਭਾਰਤ ਜਿਹੜਾ ਹੈ ਉਹ 6ਵੇਂ ਨੰਬਰ ਤੇ ਆ ਗਿਆ। ਅੱਜ ਕੱਲ ਪਤਾ ਲੱਗਾ ਸੀ ਉਹ 5ਵੇਂ ਨੰਬਰ ਤੇ ਆ ਗਿਆ, ਪਰ ਅਜੇ ਜਿਹੜਾ ਡਾਟਾ ਕਹਿ ਰਿਹਾ ਉਹ 6ਵੇਂ ਨੰਬਰ ਤੇ ਹੈ। ਭਾਰਤ ਦੇ ਵਿੱਚ ਲਗਾਤਾਰ ਕੇਸਿਸ ਵਧਦੇ ਜਾ ਰਹੇ ਨੇ, 2,80,000 ਦੱਸੇ ਜਾ ਰਹੇ ਨੇ ਤੇ 8,000 ਮੌਤਾਂ ਜਿਹੜੀਆਂ ਦੱਸੀਆਂ ਜਾ ਰਹੀਆਂ। ਬਹੁਤ ਵੱਡੀ ਗਿਣਤੀ ਹੈ। ਔਰ ਜਦੋਂ ਅਸੀਂ ਭਾਰਤ ਦੀ ਗੱਲ ਕਰਾਂਗੇ ਉਦੋਂ ਨਾਲ ਇਹ ਸਾਰਾ ਮੈਂ ਤੁਹਾਨੂੰ ਹੋਰ ਵੀ ਡਿਟੇਲ ਦੇ ਦਿਆਂਗਾ। ਜਿਹੜੇ ਲੋਕਲ ਕਾਲਸ ਆ ਰਹੀਆਂ ਨੇ, ਲੋਕਲ ਡਾਟਾਜ਼ ਆ ਰਹੀਆਂ ਨੇ, BBC ਨੇ ਜਿਹੜੀ ਰਿਸਰਚ ਕੀਤੀ ਉਹਦੇ ਮੁਤਾਬਕ ਗੁਜਰਾਤ ਤੇ ਮੁੰਬਈ ਦੇ ਵਿੱਚ ਹਸਪੀਟਲਸ ਦੇ ਵਿੱਚ ਐਡਮਿਸ਼ਨ ਨਹੀਂ ਮਿਲਦੀ। ਪ੍ਰਾਈਵੇਟ ਹਸਪੀਟਲ ਦੇ ਵਿੱਚ ਵੀ ਜਿਹੜਾ ਹੈ ਉਹ ਸਿਫਾਰਿਸ਼ ਦੇ ਨਾਲ, ਸਰਕਾਰੀ ਹਸਪੀਟਲ ਵੀ ਸਿਫਾਰਿਸ਼ ਨਾਲ, ਇੱਥੋਂ ਤੱਕ ਕਿ ਮਰੀਜ਼ ਵਿਚਾਰੇ ਰੋਲ ਰਹੇ ਨੇ, ਮਰ ਰਹੇ ਨੇ। ਜਿਹੜਾ ਕੁਝ ਦੱਸਿਆ ਜਾ ਰਿਹਾ ਹਾਲਾਤ ਉਸ ਤੋਂ ਵੀ ਵੱਧ ਤੋਂ ਬੱਤਰ ਨੇ ਇਸ ਵੇਲੇ ਭਾਰਤ ਦੇ ਵਿੱਚ, ਖਾਸ ਤੌਰ ਤੇ ਗੁਜਰਾਤ ਤੇ ਅਸੀਂ ਮਹਾਰਾਸ਼ਟਰ ਦੀ ਗੱਲ ਕਰ ਲਈਏ, ਯੂਪੀ ਦਾ ਨੰਬਰ ਜਿਹੜਾ ਹੁਣ ਅੱਗੇ ਆਉਂਦਾ ਜਾ ਰਿਹਾ। ਇਹ ਵੀ ਖਤਰਾ ਭਾਸ ਰਿਹਾ ਕਿ ਜਿਹੜੇ ਮਜ਼ਦੂਰ ਲਗਾਤਾਰ ਪਲਾਇਨ ਕਰ ਰਹੇ ਨੇ, ਉਹਨਾਂ ਦੇ ਜ਼ਰੀਏ ਜਿੱਥੇ ਉਹ ਆਪਣੇ ਇਲਾਕੇ ਵਿੱਚ ਜਾਂਦੇ ਨੇ ਉੱਥੇ ਵੀ ਕਰੋਨਾ ਜਿਹੜਾ ਉਹ ਜਾ ਰਿਹਾ। ਇੱਕ ਗੱਲ ਭਾਰਤ ਦੀ ਮੈਂ ਤੁਹਾਨੂੰ ਦੱਸਦਾ ਚੱਲਾਂ ਕਿ ਭਾਰਤ ਵਿੱਚ ਬੜੇ ਲੰਮੇ ਸਮੇਂ ਤੋਂ, ਜਦੋਂ ਤੋਂ ਕਰੋਨਾ ਸ਼ੁਰੂ ਹੋਇਆ ਹੈ, ਇਹਦਾ ਬਲੇਮ ਕਦੇ ਸਿੱਖਾਂ ਉੱਪਰ, ਇਹਦਾ ਬਲੇਮ ਕਦੇ ਮੁਸਲਮਾਨਾਂ ਦੀ ਇੱਕ ਤਬਲੀਗੀ ਕਲਾਸ ਹੈ ਉਹਦੇ ਉੱਪਰ ਲਗਾਤਾਰ ਦਿੱਤਾ ਜਾਂਦਾ ਸੀ। ਪਰ ਜਦੋਂ ਬਹੁਤ ਜ਼ਿਆਦਾ ਸੀਰੀਅਸ ਗੱਲ ਹੋ ਗਈ ਤਾਂ ਭਾਰਤ ਦੇ ਪ੍ਰਧਾਨ ਮੰਤਰੀ ਨੂੰ, ਜਦੋਂ ਕਿ ਅਰਬ ਦੇਸ਼ਾਂ ਨੇ ਵੀ ਕੰਨ ਖਿੱਚੇ, ਇਹਨਾਂ ਦੇ ਜਿਹੜੇ ਉੱਥੇ ਲੋਕ ਘੱਟ ਗਿਣਤੀਆਂ ਦੇ ਖਿਲਾਫ ਭੜਕਾਉਂਦੇ ਸਨ ਲੋਕਾਂ ਨੂੰ, ਜਦੋਂ ਉਹਨਾਂ ਦੇ ਕੰਨ ਖਿੱਚੇ ਗਏ ਤਾਂ ਫਿਰ ਜਾ ਕੇ ਕਿਤੇ ਭਾਰਤ ਦੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਬਿਮਾਰੀ ਦਾ ਕੋਈ ਲੈਣ ਦੇਣ ਨਹੀਂ ਹੈ ਧਰਮ ਦੇ ਨਾਲ। ਜੀ ਇਹ ਕੁਝ ਮੇਰੇ ਕੋਲ ਅੰਕੜੇ ਸਨ। ਪਾਕਿਸਤਾਨ ਦੇ ਵੀ 1.25 ਲੱਖ ਕੇਸ ਜਿਹੜੇ ਨੇ ਤਕਰੀਬਨ ਹੋ ਚੁੱਕੇ ਨੇ, ਉੱਥੋਂ ਦੀਆਂ ਮੌਤਾਂ ਦੀ ਗਿਣਤੀ ਵੀ ਲਗਾਤਾਰ ਵੱਧ ਰਹੀ ਹੈ। ਇਹ ਡਾਟਾ ਇਹ ਸ਼ੋ ਕਰ ਰਿਹਾ ਕਿ ਕਮੀ ਕਿਧਰੇ ਨਹੀਂ ਆਈ, ਬਿਮਾਰੀ ਲਗਾਤਾਰ ਵੱਧ ਰਹੀ ਹੈ। ਇਸ ਕਰਕੇ ਸਾਨੂੰ ਸਾਰਿਆਂ ਨੂੰ ਸੁਚੇਤ ਹੋ ਕੇ ਚੱਲਣ ਦੀ ਲੋੜ ਹੈ। ਅਗਲੀ ਜਿਹੜੀ ਗੱਲ ਮੈਂ ਤੁਹਾਡੇ ਨਾਲ ਕਰਨ ਜਾ ਰਿਹਾ, ਅਗਲੀ ਖਬਰ ਹੈ, ਉਹ ਇਹ ਹੈ ਕਿ ਅੱਗੇ ਤਾਂ ਲੱਛਣ ਹੁੰਦੇ ਸਨ ਕਿ ਕਿਸੇ ਨੂੰ ਬੁਖਾਰ ਹੋ ਗਿਆ, ਕਿਸੇ ਨੂੰ ਜ਼ੁਕਾਮ ਹੋ ਗਿਆ, ਕਿਸੇ ਨੂੰ ਸਾਹ ਦੀ ਪ੍ਰੋਬਲਮ ਹੋ ਗਈ, ਦੇਰ ਸੋ ਮੈਨੀ ਜਿਹੜੇ ਉਹਨਾਂ ਦੇ ਸਿੰਪਟਮਸ ਹਨ। ਪਰ ਹੁਣ ਲਗਾਤਾਰ ਸੰਸਾਰ ਭਰ ਵਿੱਚ ਇਹ ਗੱਲ ਜਿਹੜੀ ਆ ਵਰਲਡ ਹੈਲਥ ਆਰਗੇਨਾਈਜੇਸ਼ਨ ਨੇ ਵੀ ਕਹਿਤੀ ਹੈ ਕਿ ਜਿਹੜੇ ਲੱਛਣਾਂ ਤੋਂ ਬਿਨਾਂ ਮਰੀਜ਼ ਨੇ ਉਹ ਜ਼ਿਆਦਾ ਫੈਲਾ ਰਹੇ ਨੇ। ਇਸ ਗੱਲ ਹੈਰਾਨੀ ਦੀ ਗੱਲ ਹੈ ਕਿ ਇਹ ਜਿਹੜਾ ਪਹਿਲਾ ਰਿਸਰਚ ਹੋਈ, ਇਹ ਹੋਈ ਸੀ ਜੀ, ਮੈਂ ਤੁਹਾਨੂੰ ਦੱਸਦਾ ਚੱਲਾਂ, ਸਿੰਗਾਪੁਰ ਦੇ ਵਿੱਚ, ਜਿੱਥੇ ਇੱਕ ਚਰਚ ਦੇ ਵਿੱਚ ਪਤਾ ਹੀ ਨਹੀਂ, ਉਹ 2 ਜਣੇ ਚਾਈਨਾ ਤੋਂ ਆਏ ਸਨ, ਉਹ ਤੋਂ ਬਿਮਾਰੀ ਲੱਗਦੀ ਗਈ, ਫੈਲਦੀ ਗਈ, ਪਰ ਉਹਨਾਂ ਦੇ ਵਿੱਚ ਕੋਈ ਲੱਛਣ ਨਹੀਂ ਸਨ। ਭਾਰਤ ਵਿੱਚ ਵੀ ਅਜਿਹੇ ਲਗਾਤਾਰ ਇਹੋ ਜਿਹੇ ਕੇਸ ਜਿਹੜੇ ਨੇ ਉਹ ਮਿਲਦੇ ਜਾ ਰਹੇ ਨੇ, ਜਿੱਥੇ ਅੱਜ ਜਿਹੜੇ ਲੱਛਣ ਨਹੀਂ ਦਿਸਦੇ ਪਰ ਉਹਨਾਂ ਨੂੰ ਕਰੋਨਾ ਵਾਇਰਸ ਹੁੰਦਾ। ਇਹ ਜਿਹੜੀ ਹੈ ਸਭ ਤੋਂ ਖਤਰਨਾਕ ਜਿਹੜੀ ਚੀਜ਼ ਚੱਲ ਰਹੀ ਹੈ। ਸੋ
ਜਿਹੜੇ ਲੱਛਣ ਵਾਲੇ ਨੇ ਉਹਨਾਂ ਦਾ ਤਾਂ ਟੈਸਟ ਕਰ ਲਓਗੇ, ਉਹਨਾਂ ਨੂੰ ਤੁਸੀਂ ਹਸਪੀਟਲ ਵੀ ਲੈ ਜਾਓਗੇ। ਜਿਨ੍ਹਾਂ ਦੇ ਲੱਛਣ ਨਹੀਂ ਨੇ, ਉਹ ਜਿਹੜੀ ਹੈ ਉਹ ਬੜੀ ਮੁਸ਼ਕਿਲ ਦੀ ਗੱਲ ਬਣੀ ਹੋਈ ਹੈ। ਉਹ ਸਾਰਿਆਂ ਤੋਂ ਖਤਰਨਾਕ ਸਥਿਤੀ ਹੈ, ਜਿਹਦੇ ਬਾਰੇ ਵਰਲਡ ਹੈਲਥ ਆਰਗੇਨਾਈਜੇਸ਼ਨ ਨੇ ਸਾਨੂੰ ਸੁਚੇਤ ਕੀਤਾ ਵੀ ਤੁਸੀਂ ਆਉਣ ਵਾਲੇ ਸਮੇਂ ਵਿੱਚ ਇਹ ਜਿਹੜਾ ਸਮਾਂ ਹੈ ਉਹ ਭਿਆਨਕ ਹੋ ਸਕਦਾ। ਇਹੋ ਹੀ ਅਗਲੀ ਖਬਰ ਵਿੱਚ ਇਹੋ ਹੀ ਹੈ ਕਿ ਵਰਲਡ ਹੈਲਥ ਆਰਗੇਨਾਈਜੇਸ਼ਨ ਨੇ ਇਹ ਗੱਲ ਕਹੀ ਹੈ ਵੀ ਅਜੇ ਖਤਰਨਾਕ ਜਿਹੜਾ ਹੈ ਉਹ ਦੌਰ ਸ਼ੁਰੂ ਹੋਣ ਜਾ ਰਿਹਾ, ਜਿਹਨੂੰ ਸੈਕਿੰਡ ਵੇਵ ਕਿਹਾ ਜਾਂਦਾ ਹੈ। ਇਹ ਚੇਤਾਵਨੀ ਦਿੱਤੀ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਕਰੋਨਾ ਹੋਰ ਵੀ ਜਿਹੜਾ ਖਤਰਨਾਕ ਰੂਪ ਧਾਰਨ ਕਰ ਸਕਦਾ। ਦੱਖਣੀ ਏਸ਼ੀਆ ਵਿੱਚ ਕਰੋਨਾ ਤੇਜ਼ੀ ਨਾਲ ਵੱਧ ਰਿਹਾ, ਔਰ ਇਹ ਗੱਲ ਕਹੀ ਕਿ ਪਿਛਲੇ 3 ਦਿਨਾਂ ਦੀ ਰਿਪੋਰਟ ਵਿੱਚ ਵਾਇਰਸ ਦੇ ਨਵੇਂ ਕੇਸਾਂ ਦੀ ਗਿਣਤੀ ਆਈ ਹੈ। ਯੂਰਪ ਤੋਂ ਬਾਅਦ ਤੀਜੇ ਨੰਬਰ ਉੱਪਰ ਜਿਹੜਾ ਹੈ ਉਹ ਏਸ਼ੀਆ ਆ ਰਿਹਾ। ਜ਼ਿਆਦਾਤਰ ਮਾਮਲੇ ਪਿਛਲੇ 20 ਦਿਨਾਂ ਵਿੱਚ ਸਾਹਮਣੇ ਆਏ ਨੇ, ਔਰ ਭਾਰਤ ਦੇ ਵਿੱਚ ਸਭ ਤੋਂ ਵੱਧ ਜਿਹੜੇ ਕੇਸ ਨੇ ਉਹ 2,66,000, ਜਿਵੇਂ ਮੈਂ ਤੁਹਾਡੇ ਨਾਲ ਬੇਨਤੀ ਕੀਤੀ ਸੀ, ਤਕਰੀਬਨ 8,000 ਤੋਂ ਵੱਧ ਮੌਤਾਂ ਹੋ ਚੁੱਕੀਆਂ ਨੇ। ਵਰਲਡ ਹੈਲਥ ਆਰਗੇਨਾਈਜੇਸ਼ਨ ਦਾ ਇਹ ਗੱਲ ਕਹਿਣੀ ਹੈ ਕਿ ਉਹ ਕਹਿ ਰਿਹਾ ਵੀ ਜੇ ਤੁਸੀਂ ਲੋਕਡਾਊਨ ਵਿੱਚ ਖੁੱਲ੍ਹ ਦੇ ਰਹੇ ਹੋ, ਲੋਕੀ ਜਿਹੜੇ ਨੇ ਉਹ ਸਾਵਧਾਨਤਾ ਨਹੀਂ ਵਰਤਦੇ, ਤਾਂ ਉਹਨਾਂ ਹਾਲਾਤਾਂ ਦੇ ਵਿੱਚ ਬੜੀ ਮੁਸ਼ਕਿਲ ਆ ਸਕਦੀ ਹੈ ਸੰਸਾਰ ਭਰ ਦੇ ਲੋਕਾਂ ਨੂੰ। ਇਸ ਕਰਕੇ ਜਿਹੜੀ ਸੁਚੇਤਤਾ ਲੋਕਾਂ ਨੂੰ ਅਵੇਅਰ ਕਰਨਾ ਵੀ ਜਿਹੜਾ ਹੈ ਬਹੁਤ ਜ਼ਰੂਰੀ ਹੈ ਜੀ। ਇਹਦੇ ਨਾਲ ਨਾਲ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਭਾਰਤ ਦੀ ਗੱਲ ਕਰੀਏ ਤਾਂ 2.5 ਲੱਖ ਤੋਂ ਉੱਪਰ ਜਿਹੜਾ ਹੈ ਉਹ ਮੌਤਾਂ ਹੋ ਚੁੱਕੀਆਂ ਨੇ। ਪਿਛਲੇ 24 ਘੰਟਿਆਂ ਵਿੱਚ 266 ਮੌਤਾਂ ਹੋਈਆਂ ਨੇ ਤੇ 10,000 ਕੇਸ ਜਿਹੜੇ ਸਾਹਮਣੇ ਆਏ। ਕਰੋਨਾ ਵਾਇਰਸ ਕਰਕੇ ਤਕਰੀਬਨ 10,000 ਕੇਸਾਂ ਦਾ ਸਾਹਮਣੇ ਆਉਣਾ ਇਹ ਬੜੀ ਮੁਸ਼ਕਿਲ ਦੀ ਗੱਲ ਹੈ। ਸਭ ਤੋਂ ਵੱਧ ਜਿਹੜੇ ਕੇਸ ਨੇ ਜੀ ਉਹ ਮੁੰਬਈ ਵਿੱਚ ਸ਼ੁਰੂ ਹੋ ਰਹੇ ਨੇ। ਹੁਣ ਮੁਸ਼ਕਿਲ ਇਹ ਹੈ ਕਿ ਤਾਲਾਬੰਦੀ ਤੋਂ ਬਾਅਦ ਜਿਵੇਂ ਸਾਰਾ ਕੁਝ ਖੁੱਲ੍ਹਿਆ, ਭਾਰਤ ਦੇ ਵਿੱਚ ਘਰ ਵੀ ਜੁੜੇ ਹੋਏ ਨੇ, ਝੁੱਗੀਆਂ ਝੌਂਪੜੀਆਂ, ਸਾਡੇ ਕਾਰੋਬਾਰ ਵੀ ਇੱਕ ਦੂਜੇ ਨਾਲ ਇੰਨੇ ਜ਼ਿਆਦਾ ਜੁੜੇ ਹੋਏ ਨੇ ਕਿ ਅਸੀਂ ਡਿਸਟੈਂਸ ਉੱਥੇ ਬਣਾਉਣਾ ਬੜਾ ਮੁਸ਼ਕਿਲ ਹੈ। ਇਹ ਬੜੀ ਤੇਜ਼ੀ ਦੇ ਨਾਲ ਸਾਰਾ ਕੁਝ ਵੱਧ ਰਿਹਾ ਹੈ ਤੇ ਇਸ ਕਰਕੇ ਭਾਰਤ ਦੁਨੀਆ ਦਾ 5ਵਾਂ ਸਟੇਟ ਬਣ ਗਿਆ। ਹੁਣ ਹਰਿਆਣਾ, ਜੰਮੂ ਕਸ਼ਮੀਰ, ਅਸਾਮ, ਕਰਨਾਟਕਾ, ਛੱਤੀਸਗੜ੍ਹ ਤੇ ਤ੍ਰਿਪੁਰਾ ਵਿੱਚ ਵੀ ਜਿੱਥੇ ਬਹੁਤ ਮਾਈਨਰ ਜਿਹੇ ਕੇਸ ਹਨ, ਉੱਥੇ ਵੀ ਕੇਸਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਸੋ ਇਹ ਜਿਹੜੇ ਹਾਲਾਤ ਇਸ ਵੇਲੇ ਬਣੇ ਹੋਏ ਨੇ ਉਹ ਬਹੁਤ ਬੁਰੀ ਤਰ੍ਹਾਂ ਨੇ, ਔਰ ਭਾਰਤ ਵਿੱਚ ਦੁਖਦਾਈ ਗੱਲ ਇਹ ਹੈ ਕਿ ਉੱਥੇ ਸਿਰਫ ਅਜੇ ਤੱਕ 5 ਲੱਖ ਦੀ ਜਿਹੜੀ ਹੈ ਉਹ ਕੀਤੀ ਗਈ ਹੈ, ਕਰੋਨਾ ਟੈਸਟ ਕੀਤਾ ਗਿਆ, ਜਿਹਦੇ ਵਿੱਚੋਂ 2.5 ਲੱਖ ਤਕਰੀਬਨ ਜਿਹੜੇ ਨੇ ਉਹ ਕੇਸ ਸਾਹਮਣੇ ਆਏ ਨੇ। 50 ਲੱਖ ਦਾ ਕੀਤਾ ਗਿਆ ਤੇ 2.5 ਲੱਖ ਜਿਹੜੇ ਨੇ ਉਹ ਸਾਹਮਣੇ ਆਏ ਨੇ। ਕਹਿਣ ਦੀ ਗੱਲ ਹੈ, ਜਿੱਥੋਂ ਤੱਕ ਕਿੱਟਾਂ ਦੀ ਗੱਲ ਹੈ, ਟੈਸਟ ਕਿੱਟਾਂ ਦੀ ਗੱਲ ਹੈ, ਉਹਦੇ ਵਿੱਚ ਵੀ ਸਕੈਂਡਲ ਸਾਹਮਣੇ ਆਇਆ। ਜਿੱਥੋਂ ਤੱਕ ਸਿਕਿਉਰਿਟੀ ਕਿੱਟਾਂ ਨੇ ਡਾਕਟਰਾਂ ਵਾਸਤੇ, ਉਹਦੇ ਵਿੱਚ ਵੀ ਸਕੈਂਡਲ ਸਾਹਮਣੇ ਆ ਗਿਆ। ਭਾਰਤ ਵਿੱਚ ਲੋਕਾਂ ਦੀ ਜਾਨ ਮਾਲ ਦੇ ਨਾਲ ਇਸ ਤਰ੍ਹਾਂ ਦਾ ਜਿਹੜਾ ਖੇਡ ਖੇਡੀ ਜਾ ਰਹੀ ਹੈ ਉਹ ਬੜੀ ਖਤਰਨਾਕ ਹੈ। ਜ਼ਿੰਮੇਵਾਰ ਲੋਕਾਂ ਨੂੰ ਮਿਲਦੀ ਹੋਈ ਸਜ਼ਾ ਜਿਹੜੀ ਹੈ ਉਹ ਦੇਣੀ ਚਾਹੀਦੀ ਹੈ। ਦਿੱਲੀ ਦੇ ਵਿੱਚ ਲਗਾਤਾਰ, ਕਿਉਂਕਿ ਬੀਜੇਪੀ ਦੀ ਸਰਕਾਰ ਨਹੀਂ ਹੈ, ਦਿੱਲੀ ਨੂੰ ਤੇ ਮਹਾਰਾਸ਼ਟਰ ਨੂੰ ਟਾਰਗੇਟ ਬਣਾਇਆ ਹੋਇਆ ਮੀਡੀਆ ਨੇ, ਪਰ ਕਿਉਂਕਿ ਇਹ ਦੋਵੇਂ ਵੱਡੇ ਸ਼ਹਿਰ ਨੇ ਭਾਰਤ ਦੇ, ਇਹਨਾਂ ਦੇ ਵਿੱਚ ਆਬਾਦੀ ਵੀ ਬਹੁਤ ਜ਼ਿਆਦਾ ਤੇ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਅਨਪਲੈਨਡ ਇਲਾਕਿਆਂ ਦੇ ਵਿੱਚ ਰਹਿੰਦੇ ਨੇ, ਜਿੱਥੇ ਕਿ ਸੁੱਖ ਸੁਵਿਧਾਵਾਂ, ਹੈਲਥ ਕੇਅਰ ਵੀ ਜਿਹੜੀ ਹੈ ਬਹੁਤੀ ਕੰਮ ਨਹੀਂ ਕਰਦੀ। ਦਿੱਲੀ ਦੇ ਜਿਹੜੇ ਉਪ ਮੁੱਖ ਮੰਤਰੀ ਨੇ ਉਹਨਾਂ ਕਿਹਾ ਕਿ ਜੁਲਾਈ ਤੱਕ 5.5 ਲੱਖ ਕੇਸ ਜਿਹੜੇ ਨੇ ਉਹ ਇਕੱਲੇ ਦਿੱਲੀ ਦੇ ਵਿੱਚ ਹੋ ਸਕਦੇ ਨੇ। ਜਿਵੇਂ ਮੈਂ ਬੇਨਤੀ ਕੀਤੀ ਹੈ ਜੀ, 2.5 ਲੱਖ ਕੇਸ ਨੇ ਟੋਟਲ ਭਾਰਤ ਦੇ ਵਿੱਚ, ਪਰ ਇਹਨਾਂ ਕਿਹਾ ਕਿ 31 ਜੁਲਾਈ ਤੱਕ ਵੱਧ ਜਿਹੜੇ ਕੇਸ ਨੇ ਉਹ 5 ਲੱਖ 5.5 ਲੱਖ ਪਹੁੰਚ ਸਕਦੇ ਨੇ। ਉਹਨਾਂ ਨੇ ਕਿਹਾ ਕਿ ਦਿੱਲੀ ਵਿੱਚ ਜੁਲਾਈ ਦੇ ਅੰਤ ਤੱਕ 80,000 ਬਿਸਤਰਿਆਂ ਦੀ ਲੋੜ ਪਏਗੀ। ਨਾਲੇ ਉਹਨਾਂ ਨੇ ਜਿਹੜਾ ਹੈ ਰਾਜਪਾਲ ਨੂੰ ਵੀ ਕਿਹਾ ਕਿ ਤੁਸੀਂ ਜਿਹੜੀ ਹੈ ਸਾਨੂੰ ਲੈ ਕੇ ਦਿਓ। ਕੇਂਦਰ ਦੇ ਅਧਿਕਾਰੀਆਂ ਦੀ ਬੈਠਕ ਵਿੱਚ ਦੱਸਿਆ ਕਿ ਦਿੱਲੀ ਵਿੱਚ ਕੋਵਿਡ-19 ਦਾ ਕਮਿਊਨਿਟੀ ਫੈਲਾਅ ਨਹੀਂ ਹੈ। ਉਹਨਾਂ ਕਿਹਾ ਕਿ ਦਿੱਲੀ ਦੇ ਸਰਕਾਰੀ ਤੇ ਨਿੱਜੀ ਹਸਪਤਾਲਾਂ ਨੂੰ ਦਿੱਲੀ ਦੇ ਲੋਕਾਂ ਲਈ ਰਾਖਵਾ ਕਰਨ ਦੇ ਦਿੱਲੀ ਦੇ ਫੈਸਲੇ ਨੂੰ ਜਿਹੜਾ ਹੈ ਉਹ ਰਾਜਪਾਲ ਨੇ ਕਿਹਾ ਸੀ ਕਿ ਰੱਦ ਕਰ ਦਿਓ, ਕਿਉਂਕਿ ਇਹ ਗੱਲ ਕਹੀ ਹੈ ਕਿ ਜਿਹੜਾ ਦਿੱਲੀ ਹੈ ਉਹ ਸਾਡੇ ਇੱਥੇ ਬਹੁਤ ਜ਼ਿਆਦਾ ਨੇ, ਤਾਂ ਸਾਨੂੰ ਮਰੀਜ਼ ਅਸੀਂ ਬਾਹਰੋਂ ਜਿਹੜੇ ਆ ਉਹ ਨਹੀਂ ਲਿਆ ਸਕਦੇ। ਉੱਥੇ ਫਿਰ ਇਹ ਗੱਲ ਚੱਲੀ ਵੀ ਨਹੀਂ ਤੁਸੀਂ ਬਾਹਰ ਦੇ ਮਰੀਜ਼ਾਂ ਨੂੰ ਵੀ ਰੱਖੋ, ਪਰ ਦਿੱਲੀ ਕਹਿੰਦਾ ਵੀ ਅਸੀਂ ਆਪਣੇ ਸਾਹਮਣੇ। ਪੰਜਾਬ ਦੀ ਗੱਲ ਕਰੀਏ ਅਗਲੀ ਖਬਰ ਵਿੱਚ, ਤੇ ਪੰਜਾਬ ਵਿੱਚ ਕਰੋਨਾ ਦੇ ਜਿਹੜੇ ਪੋਜ਼ੀਟਿਵ ਕੇਸ ਨੇ ਉਹ 2700 ਤੋਂ ਉੱਪਰ ਚੁੱਕੇ ਨੇ। 65 ਕੇਸ ਜਿਹੜੇ ਪਿਛਲੇ 24 ਘੰਟਿਆਂ 'ਚ ਨਵੇਂ ਆਏ ਸਨ। 2700 ਤੋਂ ਜਿਹੜਾ ਹੈ ਪੰਜਾਬ ਪਾਰ ਕਰ ਗਿਆ ਤੇ ਹੁਣ ਤੱਕ 55 ਮੌਤਾਂ ਜਿਹੜੀਆਂ ਪੰਜਾਬ ਵਿੱਚ ਹੋਈਆਂ ਨੇ। ਇਲਾਜ ਅਧੀਨ ਮਰੀਜ਼ ਇਸ ਸਮੇਂ 9 ਆਕਸੀਜਨ ਤੇ ਨੇ ਤੇ 5 ਵੈਂਟੀਲੇਟਰ ਤੇ ਨੇ, ਜਿਹੜੇ ਇਸ ਵੇਲੇ ਜਿਹੜੀ ਮੈਂ ਅੱਜ ਦੀ ਖਬਰ ਪੜ੍ਹ ਰਿਹਾ ਜੀ ਸਵੇਰ ਦੀ। ਮੈਂ ਇੱਕ ਗੱਲ ਕਰਦਾ ਚੱਲਾਂ ਤੁਹਾਡੇ ਨਾਲ। ਪੰਜਾਬ ਦੇ ਵਿੱਚ ਮੈਂ ਦੇਖ ਰਿਹਾ ਸੀ ਸੋਸ਼ਲ ਮੀਡੀਆ ਦੇ ਉੱਪਰ
ਕਿ ਕੁਝ ਜਿਹੜੀਆਂ ਪ੍ਰਾਈਵੇਟ ਲੈਬਸ ਨੇ ਉਹ ਜਾਣਬੁੱਝ ਕੇ ਲੋਕਾਂ ਦੇ ਟੈਸਟ ਪੋਜ਼ਿਟਿਵ ਦੱਸ ਕੇ ਉਹਨਾਂ ਨੂੰ ਜਿਹੜਾ ਹੈ ਹਰਾਸ਼ ਕਰ ਰਹੀਆਂ। ਅੰਮ੍ਰਿਤਸਰ ਦੇ ਵਿੱਚ ਇੱਕ ਡਾਕਟਰ ਨੂੰ ਹੀ ਪੋਜ਼ਿਟਿਵ ਦੱਸ ਦਿੱਤਾ ਗਿਆ ਪ੍ਰਾਈਵੇਟ ਲੈਬ ਨੇ, ਔਰ ਉਹ ਜਦੋਂ ਡਾਕਟਰ ਨੇ ਸਰਕਾਰੀ ਟੈਸਟ ਕਰਾਇਆ ਤਾਂ ਉੱਥੇ ਇਹੋ ਜਿਹੀ ਕੋਈ ਗੱਲਬਾਤ ਨਹੀਂ ਸੀ। ਸੋ ਪੰਜਾਬ ਦੀ ਹਾਲਤ ਜਿਹੜੀ ਹੈ ਉਹ ਇਹਦੀ ਇੰਨੀ ਖਤਰਨਾਕ ਨਹੀਂ ਹੈ, ਪਰ ਪੰਜਾਬ ਦੇ ਲੋਕਾਂ ਨੂੰ ਬੜੀ ਸੁਚੇਤਤਾ ਵਰਤਣ ਦੀ ਲੋੜ ਹੈ। ਜੇ ਸੁਚੇਤ ਰਹੇ ਤਾਂ ਅਸੀਂ ਬਚ ਸਕਦੇ ਹਾਂ। ਸੋ ਇਹ ਸੀ ਹੁਣ ਤੱਕ ਦਾ ਕਰੋਨਾ ਵਾਇਰਸ ਬਾਰੇ ਅਪਡੇਟ ਸੰਸਾਰ ਦਾ, ਜਿਹੜਾ ਮੈਂ ਬੜੇ ਬਰੀਫ ਦੇ ਵਿੱਚ ਤੁਹਾਡੇ ਨਾਲ ਸਾਂਝਾ ਕੀਤਾ। ਤੁਹਾਡੀ ਤੰਦਰੁਸਤੀ ਚੜ੍ਹਦੀ ਕਲਾ ਦੀ ਅਰਦਾਸ ਕਰਦਾ ਆ। ਜਦੋਂ ਘਰੋਂ ਬਾਹਰ ਨਿਕਲੋ ਮਾਸਕ ਪਾ ਕੇ ਆਪਣੀ ਸਿਕਿਉਰਿਟੀ ਲਈ ਇੱਕ ਦੂਜੇ ਤੋਂ ਡਿਸਟੈਂਸ ਬਣਾ ਕੇ ਰੱਖੋ, ਚੰਗਾ ਖਾਓ, ਥੋੜ੍ਹੀ ਬਹੁਤੀ ਐਕਸਰਸਾਈਜ਼ ਕਰਨੀ, ਔਰ ਮੈਂ ਹਰ ਵਾਰੀ ਕਹਿੰਦਾ ਹੁੰਦਾ ਪੋਜ਼ਿਟਿਵ ਰਹਿਣਾ ਬਹੁਤ ਜ਼ਰੂਰੀ ਹੈ। ਗਰਮ ਪਾਣੀ, ਗਰਾਰੇ, ਜਿਨ੍ਹਾਂ ਨੂੰ ਮਾੜੀ ਮੋਟੀ ਕੋਈ ਪ੍ਰੋਬਲਮ ਲੱਗਦੀ ਹੈ ਉਹ ਡਾਕਟਰ ਨਾਲ ਆਪਣੀ ਜਿਹੜੀ ਹੈ ਸਲਾਹ ਜ਼ਰੂਰ ਕਰੋ। ਆਪਣੇ ਬਜ਼ੁਰਗਾਂ ਨੂੰ ਜਿਹੜਾ ਹੈ ਆਈਸੋਲੇਟ, ਉਹਨਾਂ ਨੂੰ ਡਿਪਰੈਸ਼ਨ 'ਚ ਜਾਣ ਤੋਂ ਬਚਾਓ, ਕਿਉਂਕਿ ਏਸ਼ੀਅਨਸ ਦੇ ਵਿੱਚ ਤੇ ਜਿਹੜੀ ਬਲੈਕ ਕਮਿਊਨਿਟੀ ਦੇ ਵਿੱਚ ਇਹ ਬਿਮਾਰੀ ਜ਼ਿਆਦਾ ਹੈ। ਆਪਣੇ ਬਜ਼ੁਰਗਾਂ ਦੇ ਨਾਲ ਕੀਪ ਇਨ ਟੱਚ ਰਹੋ, ਗੁਰਬਾਣੀ ਦੇ ਨਾਲ, ਪੋਜ਼ਿਟਿਵ ਥਿੰਕਸ ਦੇ ਨਾਲ ਜੁੜਨਾ ਬਹੁਤ ਜ਼ਰੂਰੀ ਹੈ। ਛੋਟੀ ਜਿਹੀ ਬ੍ਰੇਕ ਤੋਂ ਬਾਅਦ ਹਾਜ਼ਰ ਹੋਵਾਂਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰੋ। ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ।